ਆਪਾਂ PSEB ਦਾ ਟਰਮ 1 ਦਾ ਦੇਖਾਂਗੇ ਕਿ ਕਿੱਦਾਂ ਆਣਾ ਪੈਟਰਨ। ਫਸਟ ਆਫ ਆਲ ਯੂਨਿਟ ਵਾਈਜ਼ ਡਿਸਟ੍ਰੀਬਿਊਸ਼ਨ ਆਫ ਮਾਰਕਸ ਐਂਡ ਕੁਐਸਚਨਸ। ਇਹ ਆਪਣੇ 5 ਯੂਨਿਟਸ 'ਚੋਂ ਆਣੇ ਆ। ਪਹਿਲੀ ਯੂਨਿਟ 'ਚੋਂ 10 ਮਾਰਕਸ ਦਾ, ਸੈਕਿੰਡ ਯੂਨਿਟ 'ਚੋਂ 6 ਮਾਰਕਸ ਦਾ, ਥਰਡ 'ਚੋਂ 10, ਫੋਰਥ 'ਚੋਂ 6 ਐਂਡ ਫਿਫਥ 'ਚੋਂ 3। ਅਤੇ ਇਸ ਲਈ ਸਾਰਿਆਂ ਨਾਲੋਂ ਪਹਿਲਾਂ ਆਪਾਂ ਫਸਟ ਯੂਨਿਟ 'ਤੇ ਫੋਕਸ ਕਰਾਂਗੇ, ਜਿਹਦੇ 'ਚੋਂ ਟੋਟਲ 10 ਮਾਰਕਸ ਪੇਪਰ ਆਉਣਾ ਹੈ। ਇਹਦੇ ਵਿੱਚੋਂ 8 ਕੁਐਸਚਨਸ ਥਿਊਰੀ ਦੇ ਹੋਣਗੇ ਅਤੇ 2 ਕੁਐਸਚਨਸ ਨਿਊਮੈਰੀਕਲ ਦੇ ਹੋਣਗੇ। ਸੋ ਉਸ ਅਕੋਰਡਿੰਗ ਤਿਆਰੀ ਕਰਨੀ ਪੈਣੀ ਹੈ ਇੱਥੇ। ਸੋ ਫਸਟ we will know the important formulae of what electric charges and fields। ਠੀਕ ਹੈ, ਸਾਰਿਆਂ ਨਾਲੋਂ ਪਹਿਲਾਂ ਆਪਾਂ ਨੂੰ ਫਾਰਮੂਲੇ ਪਤਾ ਹੋਣੇ ਚਾਹੀਦੇ ਆ। ਆਪਾਂ ਨੂੰ ਪਤਾ ਵੀ ਫॉर ਏਅਰ ਫੋਰਸ ਕੀ ਹੁੰਦਾ, 2 ਚਾਰਜਿਸ ਦੇ ਵਿੱਚ ਜਦੋਂ ਉਹ ਡਿਸਟੈਂਸ r 'ਤੇ ਪਏ ਹੋਣ, ਜਿਵੇਂ ਆ Q1 ਚਾਰਜ ਆ, Q2 ਚਾਰਜ ਹੈ, ਉਹਨਾਂ ਦੇ ਵਿੱਚ ਡਿਸਟੈਂਸ ਇਹ ਵਾਲੀ r ਹੈ, ਤਾਂ ਆਪਣੇ ਕੋਲ ਫੋਰਸ ਹੁੰਦਾ 1/4 ਪਾਈ ਐਪਸਾਈਲਨ ਨੋਟ Q1 Q2 upon r²। ਬਟ ਜਦੋਂ ਇਹੀ ਆਪਾਂ 2 ਚਾਰਜ ਕਿਸੇ ਮੀਡੀਅਮ ਦੇ ਵਿੱਚ ਰੱਖ ਦਾਂਗੇ ਤਾਂ ਮੀਡੀਅਮ ਦਾ ਜਿਹੜਾ ਡਾਇਲੈਕਟ੍ਰਿਕ ਕਾਂਸਟੈਂਟ K ਹੈ ਉਹ ਮੀਡੀਅਮ ਦਾ ਹੋਵੇ ਤਾਂ ਉਹਦਾ ਫੋਰਸ ਬਣ ਜਾਂਦਾ F = 1/4 ਪਾਈ ਐਪਸਾਈਲਨ ਨੋਟ K Q1 Q2 upon r²। ਜਿਹੜਾ K ਉਹ ਨੀਚੇ ਡਿਵਾਈਡ ਹੋ ਜਾਂਦਾ, ਬਸ ਇਹ ਯਾਦ ਰੱਖਿਓ। ਸੈਕਿੰਡ ਆਪਾਂ ਇਹਨੂੰ ਵੈਕਟਰ ਫਾਰਮ ਦੇ ਵਿੱਚ ਕਿਵੇਂ ਲਿਖ ਸਕਦੇ ਹਾਂ, ਜਿਵੇਂ F21 ਦਾ ਮਤਲਬ ਹੈ ਕਿ ਫੋਰਸ ਲਗਾ ਰਿਹਾ ਸੈਕਿੰਡ ਚਾਰਜ ਫਸਟ ਚਾਰਜ ਦੇ ਉੱਤੇ, ਤਾਂ ਇਹਦੀ ਵੈਲਿਊ ਹੁੰਦੀ ਹੈ 1/4 ਪਾਈ ਐਪਸਾਈਲਨ ਨੋਟ Q1 Q2 upon r²। ਸੇਮ ਹੀ ਵੈਲਿਊ ਆ, ਬਟ ਇੱਕ ਯੂਨਿਟ ਵੈਕਟਰ r∩21 ਇਹਦੇ ਵਿੱਚ ਮਲਟੀਪਲਾਈ ਹੋ ਜਾਂਦਾ। ਇਹ ਵੀ ਉਸ ਅਕੋਰਡਿੰਗ ਹੀ ਹੁੰਦਾ ਜਿਸ ਅਕੋਰਡਿੰਗ ਫੋਰਸ ਹੁੰਦਾ। ਜੇ r21 ਹੈ ਤਾਂ ਇੱਧਰ ਵੀ 21 ਹੋਊਗਾ। ਠੀਕ ਹੈ, ਨੈਕਸਟ ਆਪਣੇ ਕੋਲ ਕਿਹੜਾ ਫਾਰਮੂਲਾ, ਇਲੈਕਟ੍ਰਿਕ ਫੀਲਡ ਸਟਰੈਂਥ, E ਕਹਿੰਦੇ ਆ ਜਿਹਨੂੰ ਆਪਾਂ। ਠੀਕ ਹੈ, E ਦਾ ਫਾਰਮੂਲਾ ਹੁੰਦਾ ਫੋਰਸ ਪਰ ਯੂਨਿਟ ਟੈਸਟ ਚਾਰਜ, ਜਦ ਕਿ ਟੈਸਟ ਚਾਰਜ ਦੀ ਵੈਲਿਊ ਨੀਅਰਲੀ ਇਕੁਅਲ ਟੂ 0 ਹੋਵੇ। ਆਪਾਂ ਲਿਮਿਟ Q0 ਟੈਂਡਿੰਗ ਟੂ 0 ਉਦੋਂ ਲਿਖਦੇ ਹਾਂ ਜਦੋਂ ਉਹਦੀ ਵੈਲਿਊ ਨੀਅਰਲੀ ਇਕੁਅਲ ਟੂ ਜਾਂ ਉਹਦੀ ਅਪਰੋਚਿਸ ਕਰੇ 0 ਨੂੰ, Q0 ਦੀ ਵੈਲਿਊ ਉਦੋਂ ਲਿਖਦੇ ਹਾਂ। ਤਾਂ ਆਪਣੇ ਕੋਲ ਫੋਰਸ ਦੀ ਕੀ ਵੈਲਿਊ ਹੋਗੀ, F = QE। ਇਹ ਵਾਲਾ ਫਾਰਮੂਲਾ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਨੈਕਸਟ ਆਪਣੇ ਕੋਲ ਕੀ ਆਇਆ, ਇਲੈਕਟ੍ਰਿਕ ਫੀਲਡ ਸਟਰੈਂਥ ਡਿਊ ਟੂ ਅ ਪੁਆਇੰਟ ਚਾਰਜ ਐਟ ਅ ਡਿਸਟੈਂਸ r। ਜਦੋਂ ਆਪਾਂ ਪਹਿਲਾਂ ਫੋਰਸ ਦੇ ਵਿੱਚ ਬਸ ਇਹ ਧਿਆਨ ਰੱਖਣਾ, ਫੋਰਸ ਦੇ ਵਿੱਚ 2 ਚਾਰਜਸ ਹੁੰਦੇ ਨੇ Q1 Q2, ਬਟ ਇੱਥੇ ਆਪਣੇ ਕੋਲ ਸਿਰਫ ਇੱਕ ਪੁਆਇੰਟ ਚਾਰਜ ਹੁੰਦਾ। ਸਪੋਜ਼ ਵੀ ਉਹ ਜੇ ਆਪਣੇ ਕੋਲ Q ਲੈ ਲਿਆ ਆਪਾਂ, ਤਾਂ ਇੱਥੇ ਸਿਰਫ ਇਕੱਲਾ Q ਆਉਣਾ ਚਾਹੀਦਾ ਹੈ। ਬੱਚੇ ਇਸ 'ਚ ਕਨਫਿਊਜ਼ ਕਰ ਜਾਂਦੇ, ਇੱਥੇ ਵੀ Q1 Q2 ਲਿਖ ਦਿੰਦੇ, ਉਹ ਨਹੀਂ ਕਰਨਾ। ਫਿਰ ਉਹ ਤੋਂ ਬਾਅਦ ਆਪਾਂ ਨੂੰ ਇਹ ਵੀ ਫਾਰਮੂਲੇਸ ਪਤਾ ਹੋਣੇ ਚਾਹੀਦੇ ਵੀ ਸਫੀਅਰ ਚਾਰਜ ਕਰਕੇ ਕਿੰਨਾ ਇਲੈਕਟ੍ਰਿਕ ਫੀਲਡ ਹੁੰਦਾ। ਠੀਕ ਹੈ, ਇਹ ਵਾਲਾ ਫਾਰਮੂਲਾ ਤਾਂ ਸੇਮ ਹੈ, ਸਿਰਫ ਫੋਰਸ ਵਾਲੇ ਨਾਲ ਸਿਰਫ ਇੱਥੇ Q1 Q2 ਆਉਂਦਾ ਅਤੇ ਇੱਥੇ Q ਆ ਜਾਣਾ ਬਸ। ਠੀਕ ਹੈ, ਅਤੇ ਆਪਾਂ ਨੂੰ ਪਤਾ ਹੈ ਇਹਦਾ ਇੱਕ ਹੋਰ ਫਾਰਮੂਲਾ ਬਣ ਕੇ ਆ ਜਾਊਗਾ ਜਦੋਂ ਆਪਾਂ ਨੂੰ ਪਤਾ ਕਿ ਯੂਨਿਟ ਵੈਕਟਰ ਨੂੰ ਕਿੱਦਾਂ ਡਿਫਾਈਨ ਕਰਦੇ ਹਾਂ, ਵੈਕਟਰ ਡਿਵਾਈਡਡ ਬਾਈ ਇਟਸ ਮੈਗਨੀਟਿਊਡ। ਤਾਂ r∩ ਦੀ ਵੈਲਿਊ ਆਪਾਂ r ਵੈਕਟਰ ਡਿਵਾਈਡਡ ਬਾਈ r ਲਿਖ ਸਕਦੇ ਹਾਂ ਇਸ ਫਾਰਮੂਲੇ ਦੇ ਵਿੱਚ, ਤਾਂ ਆਪਣੇ ਕੋਲ ਆਹ ਫਾਰਮੂਲਾ ਆ ਜਾਂਦਾ। ਠੀਕ ਹੈ, ਤਾਂ ਆਪਣੇ ਕੋਲ ਸਫੀਅਰ ਚਾਰਜ ਲਈ, ਸਫੀਅਰ ਮੀਨਸ ਪੂਰਾ ਅੰਦਰੋਂ ਵੀ ਬਾਹਰੋਂ ਵੀ ਸਾਰਾ ਚਾਰਜ ਹੈ। ਇਹਦੇ 'ਤੇ ਕਿੰਨਾ ਚਾਰਜ ਹੁੰਦਾ, ਜੇ ਮੰਨ ਲਓ ਇਨਸਾਈਡ ਪੁਆਇੰਟ ਦੇਖੀਏ, ਇਹਦੇ ਵਿੱਚ ਦੇਖੀਏ, ਇੱਥੇ ਵੀ ਵਿੱਚ ਵੀ ਚਾਰਜ ਹੋਊਗਾ ਉਹਦੇ ਵਿੱਚ ਕਿਉਂਕਿ ਮਟੀਰੀਅਲ ਹੈ। ਤਾਂ ਉੱਥੇ ਬਸ ਇਹ 3 ਫਾਰਮੂਲੇ ਤੁਹਾਨੂੰ ਯਾਦ ਹੋਣੇ ਚਾਹੀਦੇ ਕਿ 1/4 ਪਾਈ ਐਪਸਾਈਲਨ ਨੋਟ, ਇਹ ਤਾਂ ਸਾਰਿਆਂ 'ਚ ਆਉਣਾ। ਠੀਕ ਹੈ, ਜਿਹੜੇ ਇਨਸਾਈਡ ਪੁਆਇੰਟ ਹੈ ਉੱਥੇ r ਜਿਹੜਾ ਹੋਊਗਾ, ਮੰਨ ਲਓ ਇੱਥੇ ਕੋਈ ਪੁਆਇੰਟ ਲੈ ਲਿਆ ਸੈਂਟਰ ਤੋਂ, ਇਹ ਵਾਲੀ ਡਿਸਟੈਂਸ r ਹੈ, ਅਤੇ Q ਦੇ ਨਾਲ ਇਹ ਵਾਲੀ r ਮਲਟੀਪਲਾਈ ਹੋ ਜੂਗੀ ਡਿਵਾਈਡਡ ਬਾਈ r∩। r ਆਪਣੇ ਕੋਲ ਕੀ ਹੈ, ਟੋਟਲ ਰੇਡੀਅਸ ਜਿਹੜਾ ਇਹਦਾ ਪੂਰੇ ਸਫੀਅਰ ਦਾ ਇੱਥੇ ਤੱਕ ਹੋ ਗਿਆ। ਠੀਕ ਹੈ, ਇਹ ਆਪਣੇ ਕੋਲ ਟੋਟਲ ਰੇਡੀਅਸ ਹੈ, r ਕੀ ਹੈ, ਰੇਡੀਅਸ ਆਫ ਸਫੀਅਰ।
ठीक है। नैक्सट जे ਆਪਾਂ आउटसाइड पॉइंट देखना होवे ਤਾਂ आर ਦੀ वैल्यू ਇੱਥੇ हो जूगी, मीनस ਜਿਹੜੀ आर ਦੀ वैल्यू ਇਹ वाली आर तो ਵੱਡੀ हो जूगी। ਤਾਂ ਇਹੀ ਲਿਖਿਆ ਹੋਇਆ ਇੱਥੇ। ਤੇ ਇੱਥੇ ਬਸ ਆਪਣੇ ਕੋਲ ਆ ਧਿਆਨ ਰੱਖਿਓ, ਇੱਥੇ ਆਪਣੇ ਕੋਲ ਉੱਪਰ आर ਦੇ ਨਾਲ ਮਲਟੀਪਲਾਈ ਨਹੀਂ ਹੋਣਾ, ਇੱਥੇ ਸਿੰਪਲੀ ਬਾਏ आर ਸਕੁਅਰ ਹੁੰਦਾ। ਤੇ ਇਹ ਵਾਲਾ ਸਾਰਾ ਜਿਹੜਾ ਹੈ ਇਹ ਸੇਮ ਉੱਦਾਂ ਹੀ ਹੋ ਗਿਆ ਜਿਵੇਂ ਦਾ ਇਲੈਕਟ੍ਰਿਕ ਫੀਲਡ ਹੁੰਦਾ ਹੈ ਸਿੰਪਲੀ। ਤਾਂ ਇਹ ਦੀ ਵੈਲਿਊ ਸੇਮ ਹੋ ਜੂਗੀ ਜਿਵੇਂ ਕਿ ਇੱਕ ਪੁਆਇੰਟ ਚਾਰਜ ਕਰਕੇ ਹੁੰਦੀ ਹੈ। ਕਈ ਵਾਰ ਕੁਐਸਚਨ 'ਚ ਇਹ ਵੀ ਪੁੱਛ ਲੈਂਦੇ ਆ ਵੀ ਸਫੀਅਰ ਦੇ ਵਿੱਚ ਕਦੋਂ ਵੈਲਿਊ ਜਿਹੜੀ ਇਲੈਕਟ੍ਰਿਕ ਫੀਲਡ ਦੀ ਹੈ ਉਹ ਪੁਆਇੰਟ ਚਾਰਜ ਦੇ ਬਰਾਬਰ ਹੁੰਦੀ ਹੈ, ਜਦੋਂ ਪੁਆਇੰਟ ਆਊਟਸਾਈਡ ਲਾਈ ਕਰੇ। ਠੀਕ ਹੈ। ਥਰਡ ਪੁਆਇੰਟ ਹੁੰਦਾ ਔਨ ਦੀ ਸਰਫੇਸ। ਇੱਥੇ r = r ਹੋ ਜੂਗੀ ਕਿਉਂਕਿ ਰੇਡੀਅਸ ਆਪਣੇ ਕੋਲ r ਹੈ। ਤਾਂ ਇੱਥੇ ਵੀ ਸੇਮ ਉੱਦਾਂ ਹੀ ਹੋ ਜੂਗੀ ਪੁਆਇੰਟ ਚਾਰਜ ਦੇ ਅਕੋਰਡਿੰਗ 1/4πε0 q/r²। ਨੈਕਸਟ ਆਪਣੇ ਕੋਲ ਹੋਲੋ ਸਫੀਅਰ ਹੁੰਦਾ। ਹੋਲੋ ਸਫੀਅਰ ਮੀਨਸ ਵਿੱਚ ਉਹਦੇ ਕੁਛ ਵੀ ਨਹੀਂ ਹੈਗਾ। ਜਦੋਂ ਕੁਛ ਵੀ ਨਹੀਂ ਹੈਗਾ ਉੱਥੇ ਚਾਰਜ ਵੀ ਨਹੀਂ ਹੋ ਸਕਦਾ, ਤਾਂ ਸਾਰਾ ਦਾ ਸਾਰਾ ਚਾਰਜ ਇੱਥੇ ਸਰਫੇਸ 'ਤੇ ਆ ਜਾਂਦਾ, ਉਹਦੇ ਵਿੱਚ ਚਾਰਜ ਨਹੀਂ ਹੁੰਦਾ। ਜਿਵੇਂ ਪੋਜ਼ੀਟਿਵ ਚਾਰਜ ਹੈ ਇਹਦੇ 'ਤੇ, ਫਿਰ ਸਰਫੇਸ 'ਤੇ ਆ ਜਾਂਦਾ। ਇੱਥੇ ਤਾਂ ਇਹਦੇ ਵਿੱਚ ਵੀ ਪੋਜ਼ੀਟਿਵ ਚਾਰਜ ਹੋਊਗਾ, ਠੀਕ ਹੈ, ਸਫੀਅਰ ਦੇ ਵਿੱਚ ਬਾਹਰ ਵੀ ਹੋਊਗਾ ਵਿੱਚ ਵੀ ਹੋਊਗਾ, ਬਟ ਇਹਦੇ ਵਿੱਚ ਨਹੀਂ ਹੋਣਾ, ਇਹਦੇ ਸਿਰਫ ਸਰਫੇਸ 'ਤੇ ਹੋਊਗਾ। ਤਾਂ ਆਪਣੇ ਕੋਲ ਇਨਸਾਈਡ ਪੁਆਇੰਟ ਕੀ ਹੁੰਦਾ ਹੋਲੋ ਦੇ ਵਿੱਚ, ਮੀਨਸ ਹੋਲੋ ਮੀਨਸ ਖਾਲੀ, ਹੋਲੋ ਮੀਨਸ ਖਾਲੀ, ਵਿੱਚ ਖਾਲੀ ਰਹਿ ਜਾਂਦਾ, ਤਾਂ ਉੱਥੇ ਚਾਰਜ ਹੈ ਹੀ ਨਹੀਂ। ਤਾਂ ਜਿੱਥੇ ਚਾਰਜ ਨਹੀਂ ਉੱਥੇ ਇਲੈਕਟ੍ਰਿਕ ਫੀਲਡ ਵੀ ਜ਼ੀਰੋ ਆ, ਕਿਉਂਕਿ ਇਲੈਕਟ੍ਰਿਕ ਫੀਲਡ ਸਿੱਧਾ ਚਾਰਜ 'ਤੇ ਡਿਪੈਂਡ ਕਰਦਾ ਨਾ ਫਾਰਮੂਲੇ ਤੋਂ। ਤਾਂ ਨੈਕਸਟ ਆਊਟਸਾਈਡ ਉਵੇਂ ਹੀ ਹੈ ਜਿਵੇਂ ਇੱਕ ਪੁਆਇੰਟ ਦੀ ਤਰ੍ਹਾਂ ਹੁੰਦਾ, ਠੀਕ ਹੈ। ਜੇ ਔਨ ਦੀ ਸਰਫੇਸ ਦੇਖਣਾ ਉਹ ਵੀ ਸੇਮ ਹੀ ਹੈ, ਬਟ ਇੱਥੇ ਇੱਕ ਡਿਫਰੈਂਸ ਹੈ ਕਿ ਇੱਥੇ ਸਰਫੇਸ ਚਾਰਜ ਡੈਂਸਿਟੀ ਲੱਗ ਜਾਂਦੀ ਹੈ। ਸਰਫੇਸ ਚਾਰਜ ਡੈਂਸਿਟੀ ਕਿਹੜੀ ਹੈ? ਸਿਗਮਾ ਚਾਰਜ ਡੈਂਸਿਟੀ ਕਹਿੰਦੇ ਆ ਸਿਗਮਾ ਨੂੰ। ਤਾਂ ਇਹ σ/ε0 ਇਹਦੀ ਵੈਲਿਊ ਆ। ਹੁਣ ਇਲੈਕਟ੍ਰਿਕ ਫੀਲਡ ਸਟਰੈਂਥ ਆਪਾਂ ਨੇ ਇਹ ਕੱਢੀਆਂ ਹੋਈਆਂ ਸੀਗੀਆਂ ਲੀਨੀਅਰ ਚਾਰਜ ਡੈਂਸਿਟੀ ਕਰਕੇ, ਲੈਮਡਾ ਕਰਕੇ। ਇਹ ਵੀ ਯਾਦ ਰੱਖਣਾ ਕਿ E ਦੀ ਵੈਲਿਊ ਕੀ ਹੁੰਦੀ ਹੈ 1/4πε0। ਤਾਂ ਸਾਰਿਆਂ 'ਚ ਸੇਮ ਹੀ ਆ ਜਾਂਦਾ, ਸਿਰਫ ਆਹ ਚੀਜ਼ ਯਾਦ ਰੱਖਣ ਦੀ ਲੋੜ ਆ। ਇੱਥੇ ਕੀ ਆਉਂਦਾ 2λ/r। ਲੈਮਡਾ ਕੀ ਹੈ? ਲੀਨੀਅਰ ਚਾਰਜ ਡੈਂਸਿਟੀ। r ਕੀ ਹੈ? ਡਿਸਟੈਂਸ, ਠੀਕ ਹੈ। ਡਿਸਟੈਂਸ ਕਿੱਥੇ? ਲੀਨੀਅਰ ਚਾਰਜ ਡੈਂਸਿਟੀ ਤੋਂ ਆਬਜ਼ਰਵੇਸ਼ਨ ਪੁਆਇੰਟ ਤੱਕ ਦੀ। ਜਿੱਦਾਂ ਆ ਮੇਰੇ ਕੋਲ ਲੀਨੀਅਰ ਚਾਰਜ ਹੈ ਨਾ, ਇੱਥੇ ਮੈਂ ਕੋਈ P ਆਬਜ਼ਰਵੇਸ਼ਨ ਪੁਆਇੰਟ ਲੈ ਲਿਆ, ਤਾਂ ਇਹਦੀ ਆ ਜਿਹੜੀ ਆ ਸਾਰੀ ਡਿਸਟੈਂਸ ਹੈ r ਹੋ ਜਾਂਦੀ ਹੈ। ਅਤੇ ਇਹਦੇ 'ਤੇ ਜਿਹੜੇ ਚਾਰਜ ਡੈਂਸਿਟੀ ਉਹ ਲੈਮਡਾ ਹੈ, ਤਾਂ ਲੈਮਡਾ ਨੂੰ 2 ਨਾਲ ਮਲਟੀਪਲਾਈ ਕਰਤਾ /r। ਇਹ ਯਾਦ ਰੱਖਿਓ। ਨੈਕਸਟ ਆਪਣੇ ਕੋਲ ਫਾਰਮੂਲਾ ਕੀ ਹੈ ਇਲੈਕਟ੍ਰੋਸਟੈਟਿਕ ਦੇ ਵਿੱਚ ਇੰਪੋਰਟੈਂਟ। ਇਲੈਕਟ੍ਰਿਕ ਫੀਲਡ ਸਟਰੈਂਥ ਨੀਅਰ ਐਨ ਇਨਫਾਈਨਾਈਟ ਥਿਨ ਸ਼ੀਟ। ਜੇ ਮੰਨ ਲਓ ਕੋਈ ਥਿਨ ਸ਼ੀਟ ਹੈ, ਇੱਦਾਂ ਕੋਈ ਸ਼ੀਟ ਹੈ, ਤਾਂ ਉਹਦੇ ਨੀਅਰ ਇਲੈਕਟ੍ਰਿਕ ਫੀਲਡ ਕੀ ਹੁੰਦਾ σ/2ε0। ਅਤੇ ਇੱਕ ਇਲੈਕਟ੍ਰਿਕ ਫੀਲਡ ਸਟਰੈਂਥ ਨੀਅਰ ਇਹ ਕੰਡਕਟਰ ਕਿੰਨੀ ਹੁੰਦੀ ਹੈ σ/ε0 ਐਨ ਕੈਪ। ਇੱਥੇ ਯਾਦ ਰੱਖਣਾ ਕਿ σ/2ε0 ਹੈ ਥਿਨ ਇਨਫਾਈਨਾਈਟ ਸ਼ੀਟ ਦੇ ਵਿੱਚ, ਸ਼ੀਟ ਅਤੇ 2ε0, ਅਤੇ ਇੱਥੇ ਕੰਡਕਟਰ ਦੇ ਵਿੱਚ ਇਕੱਲਾ ε0। ਐਨ ਕੈਪ ਇਹਦੇ ਨਾਲ ਯੂਨਿਟ ਫੈਕਟਰ ਮਲਟੀਪਲਾਈ ਹੋ ਜਾਂਦਾ ਹੈ। ਇਹ ਯੂਨਿਟ ਫੈਕਟਰ ਕੀ ਨੋਰਮਲ ਹੁੰਦਾ, ਨੋਰਮਲ ਮੀਨਸ ਪਰਪੈਂਡੀਕੂਲਰ ਹੁੰਦਾ ਟੂ ਦੀ ਸਰਫੇਸ ਇਨ ਦੀ ਆਊਟਰ ਡਾਇਰੈਕਸ਼ਨ, ਕਿ ਆਹ ਕੋਈ ਸਰਫੇਸ ਹੈ ਇਹਦੇ ਪਰਪੈਂਡੀਕੂਲਰ ਹੁੰਦਾ ਐਨ ਕੈਪ, ਠੀਕ ਹੈ। ਇੱਥੇ 90 ਡਿਗਰੀ ਦਾ ਐਂਗਲ ਬਣਾਊਗਾ। ਫਿਰ ਨੈਕਸਟ ਕੀ ਹੈ ਇਲੈਕਟ੍ਰਿਕ ਡਾਈਪੋਲ। ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਦੋ ਚਾਰਜ ਹੈ Q -Q ਅਤੇ +Q, ਜਦੋਂ ਸਪਰੇਟਡ ਹੁੰਦੇ ਆ ਤਾਂ ਇਹ ਡਾਈਪੋਲ ਬਣਾ ਦਿੰਦੇ ਆ। ਤਾਂ ਇਹਦੇ ਵਿੱਚ ਡਿਸਟੈਂਸ ਜੇ ਮੰਨ ਲਓ 2L ਹੈ, ਤਾਂ ਡਾਈਪੋਲ ਮੂਵਮੈਂਟ ਕੀ ਹੁੰਦੀ ਹੈ Q1 ਚਾਰਜ × 2L, ਡਿਸਟੈਂਸ ਬਿਟਵੀਨ ਦੀ ਟੂ ਚਾਰਜ ਜਾਂ ਸਪਰੇਸ਼ਨ ਬਿਟਵੀਨ ਦੀ -Q1 +Q ਚਾਰਜ। ਆਪਾਂ ਨੂੰ ਇਹ ਵੀ ਪਤਾ ਟਾਰਕ ਔਨ ਏ ਡਾਈਪੋਲ ਇਨ ਯੂਨੀਫਾਰਮ ਇਲੈਕਟ੍ਰਿਕ ਫੀਲਡ ਕੀ ਹੁੰਦਾ, ਇਹਦਾ ਫਾਰਮੂਲਾ ਹੁੰਦਾ τ = P×E। P ਕੀ ਆਪਣੇ ਕੋਲ ਡਾਈਪੋਲ ਮੂਵਮੈਂਟ, E ਕੀ ਆਪਣੇ ਕੋਲ ਇਲੈਕਟ੍ਰਿਕ ਫੀਲਡ। ਕ੍ਰੋਸ ਜਦੋਂ ਆਪਾਂ ਖੋਲਦੇ ਤਾਂ sin θ ਲੱਗ ਜਾਂਦਾ, ਇਹ ਵੀ ਸਾਰਿਆਂ ਨੂੰ ਪਤਾ ਹੈ ਕੀ ਹੋ ਜਾਊਗਾ PE sin θ। ਨੈਕਸਟ ਕੀ ਹੈ ਆਪਣੇ ਕੋਲ ਪੋਟੈਂਸ਼ੀਅਲ ਐਨਰਜੀ ਆਫ ਡਾਈਪੋਲ। ਇਹਦੇ ਵਿੱਚ ਕੀ ਆਉਂਦਾ U ਦੀ ਵੈਲਿਊ -P.E ਹੁੰਦੀ ਹੈ -PE cos θ,
ठीक है। ਇਹਦੇ ਚੋਂ ਬਸ ਸਪੈਸ਼ਲ ਕੇਸਿਸ ਆ ਜਾਂਦੇ ਆ, ਫਾਰਮੂਲੇ ਤੁਸੀਂ ਯਾਦ ਰੱਖਿਓ। ਚਾਹੇ ਰਹਿਣ ਦਿਓ। ਜੇ ਮੰਨ ਲਓ ਇਹ ਕਰਨਾ ਵਰਕ ਡਨ ਇਨ ਰੋਟੇਟਿੰਗ ਡਾਈਪੋਲ, ਇਹ ਤੁਹਾਡੇ ਆਰਟੀਕਲ ਦੇ ਵਿੱਚ ਹੀ ਸੀਗਾ ਵੀ ਜੇ ਆਪਾਂ ਪਹਿਲਾ ਐਂਗਲ θ1 ਲੈ ਲਈਏ ਫਿਰ θ2 ਅਤੇ ਉਹਦੀ ਰੋਟੇਸ਼ਨ ਕਰ ਦਈਏ ਤਾਂ ਬਸ ਪਹਿਲੇ ਐਂਗਲ ਤੋਂ θ1 ਆ ਜਿੱਥੇ cos θ ਹੈ ਉੱਥੇ θ1 ਮਾਈਨਸ cos θ2 ਕਰਦਾ। ठीक है, बस ये याद रखियो। जो कहते वर्क डन इन रोटेटिंग दी डाइपोल फ्रॉम इक्विलिब्रियम पोजीशन होंदी है भी जिधर नूं डाइपोल है ना उधर नूं ही अपना फील्ड लगे, मीनस अपने कोल थीटा दी वैल्यू की होवे 0 होवे, उहदे अलोंग ही होवे डाइपोल दे अलोंग, जिवें पी इधर नूं आ ते इलैक्ट्रिक फील्ड भी इधर नूं होवे तां थीटा दी वैल्यू 0 आ तां कॉस दी इत्थे वैल्यू 1 हो जाऊगी ते θ2 नूं आपां थीटा भी लिख सकते हैं सिंपली। ठीक है, ए वाला वर्क डन हो गया। फिर वो तो बाद इलैक्ट्रिक फील्ड ड्यू टू अ शॉर्ट डाइपोल, ये अपन दो आर्टिकल सी एक्सीयल पॉइंट का तो इक्वेटोरियल पॉइंट का। ये बस एक्सीयल तुसी याद रखियो दोनों च बाय आर क्यूब होंगे। ठीक है, जो शॉर्ट डाइपोल होंगी है मीनस बहुत छोटी डाइपोल होंगी है बट ऑब्जरवेशन पॉइंट बहुत दूर होंगे, मीनस अपने को आर बहुत ज़्यादा वड्डा होंगे तो ए वाली दो वैल्यूज़ आती हैं। ये बस सिंपल या दोनों सेम ही ने, नीचे आर क्यूब। ठीक है, सिर्फ इत्थे एक्सीयल च तुसी याद रखियो 2 नूं पी नाल मल्टीप्लाई करना, इत्थे नहीं करना इक्वेटोरियल दे विच। ठीक है, इत्थे एवें याद कर लियो या तां एक्सीयल दे विच 2 ए आंदे बट इत्थे भी 2 ए आंदे ने, बस तुसी इदां याद रख लियो कि इत्थे 2 आना। ठीक है, इत्थे नहीं आना इक्वेटोरियल दे विच। नैक्सट की है इलैक्ट्रिक फ्लक्स, टोटल इलैक्ट्रिक फ्लक्स, ये गॉस लॉ आ। ठीक है, गॉस थ्योरम है, इनू फाई फ्लक्स नू इदां डोनेट करते हैं E.ds इत्थे क्लोज्ड सरफेस आना। ठीक है, तो 1/ε0 इंटू नैट चार्ज एनक्लोज्ड बाय द क्लोज्ड सरफेस। ठीक है, ये सारे कुछ फॉर्मूलेस तुहानू आने चाहिए। हुण आपां थोड़े जे दे MCQs करते हैं। ठीक है, फर्स्ट MCQ की है अ बॉडी कैन बी नैगेटिवली चार्जड बाय, किहदे द्वारा होंदी है नैगेटिवली चार्जड, गिविंग एक्सेस ऑफ इलैक्ट्रॉन्स टू इट, गिविंग सम प्रोटॉन्स टू इट, रिमूविंग सम इलैक्ट्रॉन्स फ्रॉम इट, रिमूविंग सम न्यूट्रॉन्स फ्रॉम इट। हुण देखो कोई चार्ज है, मान एक बॉडी है, मान लो आ बॉडी है, दूजी बॉडी आ है। ठीक है, इन्हें अपने मान लो एक इलैक्ट्रॉन चक के इनू देता। ठीक है, तो ये +1 चार्ज आता होंगे, तो जदों इन्हें ले लिया तो ये -1 चार्ज होंगे, मीनस ये इन्हें ले आए तो यदा मतलब की है गिविंग एक्सैस इलैक्ट्रॉन्स टू इट। हुण देखो रिमूविंग इलैक्ट्रॉन वाले तो पॉजिटिव चार्ज हो गया, तो ये तो हो नहीं सकता। प्रोटॉन्स वाले दी इत्थे गल नहीं हुई, न्यूट्रॉन्स दी भी कोई गल नहीं हैगी, तो इलैक्ट्रॉन्स का ही है, रिमूविंग भी नहीं हो सकता, मीनस जिन्हें लए नहीं। तो गिविंग एक्सैस ऑफ इलैक्ट्रॉन्स टू इट, जिहड़ा है ना ज़्यादा एक्सैस मीनस ज़्यादा इलैक्ट्रॉन्स होण जिहदे कोल अपने आप नूं दवे तो वो नैगेटिवली चार्ज हो जाती है। सैकेंड क्या है, यूनिट ऑफ परमिटिविटी ऑफ फ्री स्पेस ε0 दी यूनिट पता करनी है। ये सिंपली मैथड है कि आपां किसी भी चीज़ की यूनिट पता करनी है तो सिंपली आपां फॉर्मूले तो कर सकते हैं। किवें, जिवें फोर्स का फॉर्मूला F = 1/4πε0 Q1 Q2/r²। इत्थे आपां ε0 की वैल्यू पता करनी है तो सारिया चीज़ां कॉन्सटेंट है कट देने, डिमेंशनल फॉर्मूला ला सकते हैं। इत्थे आपां नूं पता है भी फोर्स की की हुंदी है, मास इंटू एक्सलरेशन। ठीक है, तो या इन्होंने सीधा न्यूटन दे विच दित्ती हुई ना, फोर्स की यूनिट अपने को न्यूटन हुंदी है। ठीक है, न्यूटन = 1/ε0 Q1 Q2, चार्ज की की होंगी यूनिट कूलम, तो ये कूलम स्केयर हो गया, इत्थे की हो गया मीटर स्केयर। तो ε0 आप इधर चक के कर देंगे, ε0 = 1/n/c²/m²। तो अपने को इत्थे की बन गया c² न्यूटन पर मीटर स्केयर, मीनस आ वाली यूनिट अपने को आई
ਇਹ ਕਿੱਥੇ ਆਈ ਹੈ ਆਪਣੇ ਕੋਲ सी ऑप्शन ਦੇ ਵਿੱਚ, ਤਾਂ ਇੱਥੇ ए ਸੀ, ਇੱਥੇ सी ऑप्शन। ठीक है, नैक्सट क्वेश्चन की है विच ऑफ द फॉलोइंग इज़ नॉट ए प्रॉपर्टी ऑफ फील्ड लाइन्स। ਹੁਣ ਇਹਦੇ ਲਈ ਆਪਾਂ ਨੂੰ ਸਾਰੀਆਂ ਪ੍ਰੋਪਰਟੀਜ਼ ਪੜ੍ਹਨੀਆਂ ਪੈਣੀਆਂ ਪਹਿਲਾਂ ਬੁੱਕ ਦੇ ਵਿੱਚੋਂ। ਕੀ ਹੁੰਦੀਆਂ ਇਹਨਾਂ ਦੇ ਆਪਾਂ ਇੱਥੋਂ ਹੀ ਪੜ੍ਹ ਲੈਂਦੇ ਹਾਂ ਕਿ ਫੀਲਡਸ ਲਾਈਨਸ ਆਰ ਕੰਟੀਨਿਊਸ ਕਰਵਸ ਵਿਦਾਊਟ ਐਨੀ ਬ੍ਰੇਕਸ। ਹਾਂ, ਫੀਲਡ ਲਾਈਨਸ ਕੰਟੀਨਿਊਸ ਕਰਵਸ ਹੁੰਦੀਆਂ ਨੇ, ਇੱਦਾਂ ਵੀ ਹੋ ਸਕਦੀਆਂ, ਠੀਕ ਹੈ, ਇੱਦਾਂ ਵੀ ਹੁੰਦੀਆਂ ਨੇ। ਅਤੇ ਉਹਦੇ ਵਿੱਚ ਕੋਈ ਐਵੇਂ ਤਾਂ ਨਹੀਂ ਹੁੰਦਾ ਵੀ ਆਹ ਹੋ ਗਈ, ਇੱਦਾਂ ਕੋਈ ਬ੍ਰੇਕ ਨਹੀਂ ਨਾ ਆਉਂਦਾ ਵਿੱਚ, ਟੁੱਟਦੀਆਂ ਨਹੀਂ। ਤਾਂ ਇਹ ਵਾਲੀ ਹੈਗੀ ਆ ਸਹੀ ਹੈ। ਆਪਾਂ ਨੋਟ ਵਾਲੀ ਲੱਭਣੀ ਹੈ, ਨੋਟ ਪ੍ਰੋਪਰਟੀ, ਤਾਂ ਇਹ ਤਾਂ ਹੈਗੀ ਆ। ਠੀਕ ਹੈ, ਸੈਕਿੰਡ ਕਿਆ ਹੈ, ਟੂ ਫੀਲਡ ਲਾਈਨਸ ਕੈਨ ਨਾਟ ਕ੍ਰੋਸ ਈਚ ਅਦਰ। ਕ੍ਰੋਸ ਕਹਿ ਲਓ, ਇੰਟਰਸੈਕਟ ਕਹਿ ਲਓ, ਠੀਕ ਹੈ, ਤੁਹਾਡੀ ਬੁੱਕ ਦੇ ਵਿੱਚ ਇੰਟਰਸੈਕਟ ਹੁੰਦਾ, ਕ੍ਰੋਸ ਵੀ ਹੋਏਗਾ। ਤਾਂ ਇਹ ਵੀ ਹੈਗੀ ਆ ਪ੍ਰੋਪਰਟੀ ਕਿ ਉਹ ਦੋ ਲਾਈਨਸ ਨੇ ਆਪਣੇ ਆਪ ਨੂੰ ਇੰਟਰਸੈਕਟ नहीं कर दियाँ। तो ਇਹਦਾ रीज़न भी है, वो भी बहुत इंपॉर्टेंट है। ठीक है, फील्ड लाइन स्टार्ट एट पॉजिटिव चार्जेस एंड एंड एट नैगेटिव चार्जेस। ਆਪਾਂ ਨੂੰ ਪਤਾ पॉजिटिव चार्ज ਦੀ फील्ड लाइन्स किद्दां ਹੁੰਦੀਆਂ, पॉजिटिव ਦੀ ਬਾਹਰ ਨੂੰ ਨਿਕਲਦੀਆਂ, ठीक है, ਇੱਦਾਂ। ਤੇ ਨੈਗੇਟਿਵ ਚਾਰਜ ਦੀ ਕਿੱਦਾਂ ਹੁੰਦੀ ਹੈ, ਨੈਗੇਟਿਵ ਚਾਰਜ ਦੀ ਅੰਦਰ ਨੂੰ ਆਉਂਦੀ ਹੈ ਸਾਰੀਆਂ ਫੀਲਡਸ ਲਾਈਨ। ਤਾਂ ਇਹਦਾ ਮਤਲਬ ਕੀ ਹੈ ਕਿ ਫੀਲਡ ਲਾਈਨ ਸਟਾਰਟ ਐਟ ਪੋਜ਼ਿਟਿਵ ਚਾਰਜ ਤੋਂ ਸਟਾਰਟ ਹੁੰਦੀ ਹੈ ਅਤੇ ਐਂਡ ਕਿਤੇ ਹੁੰਦੀ ਹੈ ਨੈਗੇਟਿਵ 'ਤੇ। ਹੁਣ ਜਿਵੇਂ ਮੰਨ ਲਓ ਆਪਾਂ ਕੋਈ ਡਾਈਪੋਲ ਲੈ ਲਈ, ਨੈਗੇਟਿਵ ਚਾਰਜ ਇੱਦਾਂ, ਕਿਊ ਪੋਜ਼ਿਟਿਵ ਚਾਰਜ ਇੱਦਾਂ, ਤਾਂ ਇੱਥੋਂ ਫੀਲਡ ਲਾਈਨਸ ਨੈਗੇਟਿਵ ਤੋਂ ਨਾ ਪੋਜ਼ਿਟਿਵ ਤੋਂ ਨੈਗੇਟਿਵ ਵੱਲ ਨੂੰ ਜਾਂਦੀਆਂ ਹੁੰਦੀਆਂ। ਡਾਈਪੋਲ ਦੀ ਡਾਇਰੈਕਸ਼ਨ ਤਾਂ ਇੱਦਾਂ ਹੁੰਦੀ ਹੈ ਨੈਗੇਟਿਵ ਟੂ ਪੋਜ਼ਿਟਿਵ, ਬਟ ਫੀਲਡ ਲਾਈਨਸ ਦੀ ਓਪੋਜ਼ਿਟ ਹੁੰਦੀ ਹੈ। ਤਾਂ ਇਹ ਵੀ ਸਹੀ ਹੈ, ਠੀਕ ਹੈ। ਦੇ ਫॉर्म क्लोज्ड लूप नहीं, क्योंकि आ देखो एक इधर ਨੂੰ ਜਾ ਰਹੀ ਹੈ, ਇੱਕ ਦੂਜੀ ਵੀ ਇੱਧਰ ਨੂੰ ਹੀ ਜਾ ਰਹੀ ਹੈ। ਜੇ ਮੰਨ ਲਓ ਇੱਕ ਇੱਧਰ ਨੂੰ ਜਾਂਦੀ ਹੈ, ਫਿਰ ਇਹ ਇੱਧਰ ਨੂੰ ਜਾਂਦੀ ਹੈ, ਫਿਰ ਕਲੋਜ਼ਡ ਲੂਪ ਐਵੇਂ ਜਾਂਦੀਆਂ ਹੁਣ ਇੱਧਰ ਨੂੰ, ਫਿਰ ਕਲੋਜ਼ਡ ਲੂਪ ਬਣਨੀ ਸੀ। ਅਦਰਵਾਈਜ਼ ਇਹ ਕੀ ਆ, ਕਲੋਜ਼ਡ ਲੂਪ ਨਹੀਂ ਬਣ ਰਹੀ, ਤਾਂ ਇਹਦਾ ਆਪਸ਼ਨ ਹੈ ਡੀ। ਨੈਕਸਟ ਕੁਐਸਚਨ ਕੀ ਹੈ, ਗੌਸ ਲॉ ਇਜ਼ ਵੈਲਿਡ ਫॉर any closed surface, any open surface, only regular closed surface, only irregular open surface। open surface ਲਈ ਤਾਂ ਨਹੀਂ ਹੁੰਦਾ, ਇਹ ਵੀ ਕੱਟੋ, ਇੱਥੋਂ ਵੀ ਕੱਟੋ open surface ਲਈ, ਠੀਕ ਹੈ। regular irregular ਦਾ ਕੋਈ ਮੈਟਰ ਨਹੀਂ, ਸਿਰਫ ਆਪਾਂ ਇਹਦਾ ਆਨਸਰ ਇਹੀ ਲਗਾ ਸਕਦੇ ਹਾਂ any closed surface, ਠੀਕ ਹੈ। ਨੈਕਸਟ ਕੁਐਸਚਨ ਹੈ, the spatial distribution of electric field due to two charges A B is shown in figure। ਆਪਾਂ ਨੂੰ ਇੱਕ ਫਿਗਰ ਦਿੱਤਾ ਹੋਇਆ, ਠੀਕ ਹੈ, ਇਲੈਕਟ੍ਰਿਕ ਫੀਲਡ ਆਫ ਲਾਈਨਸ ਦਿੱਤੀਆਂ ਹੋਈਆਂ, A ਤੋਂ ਨਿਕਲ ਰਹੀਆਂ 3, ਜਿਹ 'ਚੋਂ ਨਿਕਲ ਰਹੀਆਂ ਹੁੰਦੀ ਉਹ ਕਿਹੜਾ ਚਾਰਜ ਹੁੰਦਾ, ਪੋਜ਼ਿਟਿਵ, ਅਤੇ ਪੋਜ਼ਿਟਿਵ ਹੀ ਹੈ। ਜਿਹਦੇ ਵਿੱਚ ਜਾਂਦੀ ਆ ਉੱਥੇ ਕੀ ਹੁੰਦਾ, ਨੈਗੇਟਿਵ ਚਾਰਜ ਨਾ, ਇੱਦਾਂ ਹੀ ਹੁੰਦਾ। ਅਤੇ ਇਹਨਾਂ ਨੇ ਕਿਹਾ ਵੀ ਇਹਨਾਂ 'ਚੋਂ ਕੀ ਕਰੈਕਟ ਹੈ। ਇਹਨਾਂ ਨੂੰ ਦੇਖ ਕੇ ਡਾਇਗਰਾਮ 'ਚੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ, ਇੱਥੋਂ ਫੀਲਡ ਲਾਈਨਸ ਜ਼ਿਆਦਾ ਬਾਹਰ ਨਿਕਲ ਰਹੀਆਂ, 1 2 3 ਉੱਪਰ ਤੋਂ 3 ਨੀਚੇ ਤੋਂ, ਅਤੇ ਇੱਥੇ ਨੈਗੇਟਿਵ ਚਾਰਜ 'ਚੋਂ ਫੀਲਡ ਲਾਈਨਸ 2 ਹੀ ਅੰਦਰ ਜਾ ਰਹੀਆਂ, ਉੱਪਰੋਂ ਵੀ 2, ਨੀਚੇ ਤੋਂ ਵੀ 2, ਠੀਕ ਹੈ। A is positive, B is negative, ਇੱਦਾਂ ਹੀ ਹੈ, A ਪੋਜ਼ਿਟਿਵ ਹੈ, B ਨੈਗੇਟਿਵ ਹੈ, ਐਂਡ A is greater than B। ਗ੍ਰੇਟਰ ਹੀ ਹੈ A ਦਾ ਮੈਗਨੀਟਿਊਡ, ਕਿਉਂਕਿ ਜਦੋਂ ਇੱਥੋਂ ਫੀਲਡ ਲਾਈਨਸ ਜ਼ਿਆਦਾ ਨਿਕਲ ਰਹੀਆਂ A ਦੇ ਵਿੱਚੋਂ ਅਤੇ B ਦੇ ਵਿੱਚੋਂ ਘੱਟ ਅੰਦਰ ਜਾ ਰਹੀਆਂ, ਤਾਂ ਇਹ ਸਹੀ ਹੈ। ਤਾਂ ਇਹੀ ਆਪਸ਼ਨ ਹੋਗੀ। ਇਹ ਇਕੁਅਲ ਤਾਂ ਹੈ ਨਹੀਂ ਗੀ, ਠੀਕ ਹੈ, ਕਿਉਂਕਿ ਇਹਦੇ ਵਿੱਚ 2 ਹੈ, ਇਹ 3 ਹੈ। ਬੋਥ ਆਰ ਪੋਜ਼ਿਟਿਵ ਵੀ ਨਹੀਂ ਹੈਗੇ, ਠੀਕ ਹੈ, ਬੋਥ ਨੈਗੇਟਿਵ ਵੀ ਨਹੀਂ ਹੈਗੇ, ਤਾਂ ਇਹ ਨਹੀਂ ਹੋਏ ਬਾਕੀ ਆਪਸ਼ਨ। ਨੈਕਸਟ ਕੀ ਹੈ, ਵੈਨ ਏਅਰ ਇਜ਼ ਰਿਪਲੇਸਡ ਬਾਈ ਅ ਮੀਡੀਅਮ ਆਫ ਡਾਇਲੈਕਟ੍ਰਿਕ ਕੌਂਸਟੈਂਟ K, the force of attraction between two charges separated by a distance r। ਹੁਣ ਜਦੋਂ ਕੋਈ ਡਾਇਲੈਕਟ੍ਰਿਕ ਕੌਂਸਟੈਂਟ ਦੇ ਵਿੱਚ ਆਪਾਂ, ਠੀਕ ਹੈ, ਪਹਿਲਾਂ ਤਾਂ ਆਪਾਂ ਕੀ ਕੀਤਾ, ਫੋਰਸ ਲੱਗਿਆ 2 ਚਾਰਜਸ ਦੇ ਵਿੱਚ, ਏਅਰ ਦੇ ਵਿੱਚ ਆਪਾਂ ਦੇਖੇ ਸੀ ਫਾਰਮੂਲੇ ਕਿਵੇਂ ਸੀਗੇ। ਫੋਰਸ ਏਅਰ ਦੇ ਵਿੱਚ ਕੀ ਸੀ, 1/4πε0 Q1 Q2 ਬਾਏ r²। ਅਤੇ ਜਦੋਂ ਆਪਾਂ ਉਹਨੂੰ ਇੱਕ ਮੀਡੀਅਮ ਦੇ ਵਿੱਚ ਰੱਖਤਾ ਤਾਂ ਉਹ ਕੀ ਹੋ ਜਾਂਦਾ ਸੀ, 1/4πε0 K ਨੀਚੇ ਆ ਜਾਂਦਾ ਸੀਗਾ। ਅਤੇ ਆਹ ਸਾਰੀ ਚੀਜ਼ ਸੇਮ।
ਤਾਂ ਇਹਦਾ ਮਤਲਬ ਕੀ ਆ, ਫੋਰਸ ਕੀ ਹੋ ਰਿਹਾ, ਡਿਕਰੀਜ਼ ਹੋ ਰਿਹਾ ਕਿ ਇਨਕਰੀਜ਼। ਹੁਣ ਕੇ ਡਿਵਾਈਡ ਹੋ ਰਿਹਾ ਤਾਂ ਇਹਦਾ ਮਤਲਬ ਕੀ ਹੈ, ਫੋਰਸ ਕੀ ਹੋ ਰਿਹਾ, ਡਿਵਾਈਡ 'ਚ ਆ ਰਿਹਾ ਇਹਦੇ ਵਿੱਚ, ਤਾਂ ਡਿਕਰੀਜ਼ਿਸ ਕੇ ਟਾਈਮਸ। ਤਾਂ ਇਹਦਾ ਆਂਸਰ ਹੋ ਗਿਆ ਡਿਕਰੀਜ਼ਿਸ ਕੇ ਟਾਈਮਸ। ਠੀਕ ਹੈ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲ, ਅ ਪੁਆਇੰਟ ਪੋਜ਼ਿਟਿਵ ਚਾਰਜ is brought near an isolated conducting sphere। कोई पॉजिटिव चार्ज है वो कंडक्टिंग स्फीयर दे नेड़े लिआंदा, आ कंडक्टिंग स्फीयर है। द इलैक्ट्रिक फील्ड इज बेस्ट गिवन बाय, किद्दां दे दिता जाऊगा बेस्ट, ए वाला फर्स्ट, सैकेंड, थर्ड या फोर्थ। ठीक है। ਇਹਦੇ ਵਿੱਚ ਕੀ ਹੋਣਾ ਹੈ ਕਿ ਪੋਜ਼ਿਟਿਵ ਚਾਰਜ ਤੋਂ ਆਪਣੀਆਂ ਫੀਲਡ ਲਾਈਨਸ ਬਾਹਰ ਨਿਕਲਦੀਆਂ। ਠੀਕ ਹੈ, ਇੱਧਰੋਂ ਗਈਆਂ ਤਾਂ ਇੱਥੇ ਜਦੋਂ ਇਹਦਾ ਇਹਨਾਂ ਵਿੱਚ ਇੰਡਕਸ਼ਨ ਹੋਊਗੀ। ਇੰਡਕਸ਼ਨ ਕੀ ਕਿ ਇਹ ਪੋਜ਼ਿਟਿਵ ਹੈ ਤਾਂ ਇੱਥੇ ਥੋੜ੍ਹਾ ਜਿਹਾ ਨੈਗੇਟਿਵ ਚਾਰਜ ਬਣ ਜੂਗਾ, ਤਾਂ ਹੀ ਇਹ ਵਿੱਚ ਗਿਆ ਨਾ ਨੈਗੇਟਿਵ ਚਾਰਜ ਦੇ। ਫਿਰ ਇੱਥੇ ਕੀ ਹੋ ਜਾਊਗਾ, ਪੋਜ਼ਿਟਿਵ ਚਾਰਜ ਬਣ ਗਿਆ। ਪੋਜ਼ਿਟਿਵ 'ਚੋਂ ਵੀ ਬਾਹਰ ਜਾਣੀਆਂ ਚਾਹੀਦੀਆਂ, ਇਹ ਬਿਲਕੁਲ ਸਹੀ ਹੈ। ਠੀਕ ਹੈ, ਇੱਥੇ ਪੋਜ਼ਿਟਿਵ, ਇੱਥੇ ਵੀ ਤਾਂ ਨੈਗੇਟਿਵ। ਠੀਕ ਹੈ, ਇੱਥੇ ਪੋਜ਼ਿਟਿਵ, ਤਾਂ ਆਹ ਪੋਜ਼ਿਟਿਵ ਦੇ ਵਿੱਚ ਜਾ ਰਹੀਆਂ ਤਾਂ ਇਹ ਗਲਤ ਹੋ ਗਿਆ, ਆਹ ਵੀ ਗਲਤ ਹੋ ਗਿਆ। ਅਤੇ ਆਹ ਇੱਦਾਂ ਸਿੱਧੀਆਂ ਸਟ੍ਰੇਟ ਲਾਈਨਸ ਨਹੀਂ ਹੁੰਦੀਆਂ, ਇਹ ਇੱਦਾਂ ਹੀ ਹੁੰਦੀਆਂ ਜਿਵੇਂ ਆਹ ਹੈ। ठीक है, तो यदा आंसर की है ए। नेक्स्ट MCQs की है ना, द इलैक्ट्रिक फ्लक्स थ्रू दी सरफेस, चार सरफेसिस दित्तियां हुई हैं, इन्हां दे विच आए दसना है भी किहदे विच इलैक्ट्रिक फ्लक्स किद्दां है, ये लार्जेस्ट लीस्ट वगैरह रखिया होया इन्हां ने। लार्जेस्ट किहदे विच है ते लीस्ट किहदे विच है। ਆਪਾਂ ने कहा भी है ना, गॉस लॉ किहदे ते लगदा, एनी क्लोज सरफेस ते। ਸਾਰਿਆਂ 'ਚ ਚਾਰਜ ਤਾਂ ਸੇਮ ਹੈ। ਫਾਈ ਆਪਣੇ ਕੋਲ ਕੀ ਹੁੰਦਾ, ਇਲੈਕਟ੍ਰਿਕ ਫਲਕਸ ਕਿਊ ਅਪੋਨ ਐਪਸਾਈਲਨ ਨੋਟ, ਕਿਊ 'ਤੇ ਡਿਪੈਂਡ ਕਰਦੀ ਹੈ ਨਾ। ਜਦ ਕਿਊ ਸਾਰਿਆਂ 'ਚ ਸੇਮ ਹੈ ਤਾਂ ਸਾਰਿਆਂ 'ਚ ਆ ਵੀ ਤਾਂ ਸੇਮ ਹੋਊਗੀ ਇਲੈਕਟ੍ਰਿਕ ਫਲਕਸ। ਤਾਂ ਇੱਥੇ ਕੀ ਹੈ, ਸੇਮ ਫॉर ਆਲ ਚਾਰਜਸ। ਸਪੋਜ਼ ਜੇ ਇੱਥੇ ਮੈਂ 2Q ਰੱਖ ਦਿੰਦੀ ਤਾਂ ਇਹਦੇ ਵਿੱਚ ਲਾਰਜ ਹੋ ਜਾਣੀ ਸੀਗੀ। ਠੀਕ ਹੈ, ਬਾਕੀਆਂ ਨਾਲੋਂ। ਇਹ ਬਸ ਧਿਆਨ ਰੱਖਿਓ ਕਿ ਉਹ ਸ਼ੇਪ 'ਤੇ ਨਹੀਂ ਡਿਪੈਂਡ ਕਰਦੀ ਫਲਕਸ, सिर्फ चार्ज से डिपेंड करती है। इत्थे फॉर्मूला ही अपने को आ हुंदा है। ठीक है, तो इज सेम फॉर ऑल दी फिगर्स। नैक्सट क्वेश्चन की आ, अ हेमीस्फीयर इज यूनिफॉर्मली चार्ज्ड पॉजिटिवली, द इलैक्ट्रिक फील्ड एट पॉइंट ऑन द डायामीटर अवे फ्रॉम द सेंटर इज डायरेक्टेड। हुण जिवें मान लो कोई हेमीस्फीयर है, स्फीयर तो पूरा इदां हुंदा है, हेमीस्फीयर इदां हुंदा है। ठीक है, ਇਹਦੇ ਵਿੱਚ ਚਾਰਜ ਆਪਾਂ ਪੋਜ਼ਿਟਿਵ ਰੱਖ ਲਿਆ, ਸਾਰੇ ਕਿਤੇ ਚਾਰਜ ਕੀ ਆ, ਪੋਜ਼ਿਟਿਵ ਚਾਰਜ ਹੈ ਹੈਮੀਸਫੀਅਰ 'ਤੇ। ਤਾਂ ਇਹਨਾਂ ਨੇ ਕਿਹਾ ਇਲੈਕਟ੍ਰਿਕ ਫੀਲਡ ਐਟ ਅ ਪੁਆਇੰਟ ਔਨ ਏ ਡਾਇਆਮੀਟਰ ਅਵੇ ਫਰੋਮ ਦੀ ਸੈਂਟਰ। ਹੁਣ ਜਿਵੇਂ ਇੱਥੇ ਆ ਡਾਇਆਮੀਟਰ, ਠੀਕ ਹੈ, ਅਵੇ ਫਰੋਮ ਦੀ ਸੈਂਟਰ, ਸੈਂਟਰ ਤੋਂ ਪਰੇ। ਠੀਕ ਹੈ, ਕਿੱਦਾਂ ਹੋਊਗਾ, ਤਾਂ ਇਲੈਕਟ੍ਰਿਕ ਫੀਲਡ ਪੋਜ਼ਿਟਿਵ ਚਾਰਜ ਹੈ, ਪੋਜ਼ਿਟਿਵ ਲਈ ਤਾਂ ਬਾਹਰ ਹੀ ਜਾਊਗਾ, ਇੱਦਾਂ ਹੀ ਜਾਣਗੀਆਂ ਲਾਈਨਸ। ਠੀਕ ਹੈ, ਇੱਥੋਂ ਇੱਦਾਂ ਜਾਣਗੀਆਂ, ਪਰਪੈਂਡੀਕੂਲਰ ਜਾਂਦੀਆਂ ਹੁੰਦੀਆਂ, ਇਹਦੇ ਪਰਪੈਂਡੀਕੂਲਰ, ਇੱਥੋਂ ਪਰਪੈਂਡੀਕੂਲਰ, ਇੱਥੋਂ ਸਾਰੇ ਕਿਤੋਂ ਪਰਪੈਂਡੀਕੂਲਰ ਪ੍ਰੋਪਰਟੀਜ਼ 'ਚ ਆ ਜਾਂਦੀਆਂ। ਤਾਂ ਇਹ ਕੀ ਹੈ, ਪਰਪੈਂਡੀਕੂਲਰ ਡਾਇਆਮੀਟਰ ਤੋਂ ਪੁੱਛਿਆ ਨਾ, ਤਾਂ ਇਹ ਆਪਣਾ ਆਂਸਰ ਕੀ ਹੋ ਜਾਊਗਾ, ਪਰਪੈਂਡੀਕੂਲਰ ਟੂ ਦੀ ਡਾਇਆਮੀਟਰ। ਨੈਕਸਟ ਕੁਐਸਚਨ ਕੀ ਹੈ, ਫਿਗਰ ਦਿੱਤਾ ਹੋਇਆ ਆਪਾਂ ਨੂੰ ਇਹ ਵਾਲਾ, ਅਤੇ ਇਹਦੇ ਵਿੱਚ ਕਿਹਾ ਇਲੈਕਟ੍ਰਿਕ ਫੀਲਡ ਲਾਈਨਸ ਇਨ ਵਿਚ ਐਨ ਇਲੈਕਟ੍ਰਿਕ ਡਾਇਪੋਲ P ਇਜ਼ ਪਲੇਸਡ, ਇੱਦਾਂ ਹੈ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਇਲੈਕਟ੍ਰਿਕ ਫੀਲਡ ਇੱਦਾਂ ਜਾ ਰਿਹਾ, ਇੱਥੋਂ ਜਾ ਕੇ ਇੱਥੋਂ। ਹੁਣ ਆਪਾਂ ਨੂੰ ਇਹ ਪਤਾ ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਕੀ ਹੈ, 1/4πε0 Q/r²। ਇਹਦਾ ਮਤਲਬ ਜਿੰਨੀ R ਵਧੂਗੀ, ਮੰਨ ਲਓ ਇੱਥੇ R 0 ਸੀ, ਇੱਥੋਂ ਜਿੰਨੀ R ਵੱਧ ਗਈ ਉਨਾ ਕੀ ਹੋ ਜਾਊਗਾ, ਇਲੈਕਟ੍ਰਿਕ ਫੀਲਡ ਘਟੂਗਾ, ਕਿਉਂਕਿ ਬਾਏ R² ਹੈ ਨਾ, ਤਾਂ ਕੀ ਹੈ, ਇਲੈਕਟ੍ਰਿਕ ਫੀਲਡ ਘਟੂਗਾ। ਤਾਂ ਇੱਥੇ ਇਲੈਕਟ੍ਰਿਕ ਫੀਲਡ ਜ਼ਿਆਦਾ ਆ ਪੁਆਇੰਟ 'ਤੇ, ਇੱਥੇ ਇਲੈਕਟ੍ਰਿਕ ਫੀਲਡ ਜ਼ਿਆਦਾ, ਤਾਂ ਇਲੈਕਟ੍ਰਿਕ ਡਾਇਪੋਲ P ਕਰਕੇ ਕਿਹੜੀ ਸਟੇਟਮੈਂਟ ਸਹੀ ਹੈ ਵੀ ਇਹਦੇ ਵਿੱਚ ਡਾਇਪੋਲ ਕੀ ਹੈ, ਐਕਸਪੀਰੀਅੰਸ ਕਰੂਗੀ ਫੋਰਸ ਕਿੱਧਰ ਨੂੰ। ਇਹਨਾਂ ਨੇ ਪਹਿਲਾਂ ਤਾਂ ਕਹਿਤਾ ਵਿਲ ਨਾਟ ਐਕਸਪੀਰੀਅੰਸ ਐਨੀ ਫੋਰਸ, ਤਾਂ ਇਹ ਤਾਂ ਗਲਤ ਹੋ ਗਈ, ਐਕਸਪੀਰੀਅੰਸ ਤਾਂ ਕਰੂਗੀ ਕਿਉਂਕਿ ਫੀਲਡ ਦੇ ਵਿੱਚ ਹੈ। ਸੈਕਿੰਡ ਕੀ ਹੈ, ਡਾਇਪੋਲ ਵਿਲ ਐਕਸਪੀਰੀਅੰਸ ਏ ਫੋਰਸ ਟੂਵਰਡਸ ਰਾਈਟ, ਫੋਰਸ ਬਾਰੇ ਦੱਸਣਾ। ਹੁਣ ਇਹਦੇ ਇੱਥੇ ਫੀਲਡ ਘੱਟ ਹੈ, ਫੋਰਸ ਆਪਣੇ ਕੋਲ ਕੀ ਹੁੰਦਾ, ਫਿਜ਼ੀਕਲ ਟੂ QE। ਇੱਥੇ ਫੀਲਡ ਘੱਟ ਹੈ ਤਾਂ ਇੱਥੇ ਫੋਰਸ ਘੱਟ ਲੱਗੂਗਾ, ਇੱਥੇ ਫੀਲਡ ਜ਼ਿਆਦਾ ਤਾਂ ਇੱਥੇ ਫੋਰਸ ਵੱਧ ਲੱਗੂਗਾ। ਫੋਰਸ ਇੱਥੇ ਜ਼ਿਆਦਾ ਹੈ, ਫੋਰਸ ਇੱਥੇ ਘੱਟ ਹੈ। ਠੀਕ ਹੈ, ਤਾਂ ਆਪਣਾ ਕੀ ਹੋਊਗਾ,
कि फोर्स एवें देखना हुण किधर नूं लग्गिया, ਇਹਦੇ ਕਰਕੇ ਲੱਗਿਆ F इजिकल टू क्यू ही पॉजिटिव, तो ये इधर नूं ही लगूगा। ठीक है, तो ए वाला जिहड़ा F इजिकल टू क्यू है ये छोटा है, ये वड्डा है, तो माइनस क्यू ई लई माइनस क्यू ई है, तो इधर नूं लगूगा। मीनस ये किधर नूं लग रहा अपने कोल, ये वाला फोर्स लैफ्ट साइड ते लग रहा, तो अपना की आंसर डायपोल विल एक्सपीरियंस ए फोर्स टूवर्ड लैफ्ट, क्योंकि आ तो कैंसल ही हो चुका, इधर वाला फोर्स इधर वाले फोर्स नालों छोटा है, तो वड्डा फोर्स ही रह जाऊगा, फिर तो टूवर्ड्स लैफ्ट अपना आंसर आ जाऊगा। ठीक है, नैक्सट क्वेश्चन की है, बाकी दे क्वेश्चन आपां फिर करांगे नैक्सट वीडियो च। थैंक यू।